नर चाहत कछ और की और भई। चितवत रहो ठगोर, नानक फांसी गल परी। चितवत रहो ठगोर, नानक फांसी गल परी। गुरु सवारे गुरु दुलारे सत्संगी जनों, बड़े प्यार ਅਤੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਸ਼ਲੋਕ ਮਹੱਲਾ 9 ਦੇ ਸ਼ਲੋਕ ਨੰਬਰ 38 ਦਾ ਹੈ। ਇਸ ਦੀ ਵਿਚਾਰ ਸਰਵਨ ਕਰੋ ਜੀ। ਨਰ ਚਾਹਤ ਕਛ ਔਰੇ ਕੀ ਔਰੇ ਪਈ। ਮਨੁੱਖ ਦਾ ਮਨ ਕੁਛ ਹੋਰ ਹੀ ਚਾਹੁੰਦਾ ਰਿਹਾ, ਪਰ ਗੱਲ ਹੋਰ ਦੀ ਹੋਰ ਹੋ ਗਈ। ਚਿਤਵਤ ਰਹੋ ਠਗੋਰ, ਨਾਨਕ ਫਾਂਸੀ ਗਲ ਪਰੀ। ਨੌਵੇਂ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਇਹ ਠੱਗੀਆਂ ਫਰੇਬ ਹੀ ਚਿਤਵਦਾ ਰਿਹਾ, ਪਰ ਫਾਹੀ ਆਪਣੇ ਹੀ ਗਲ ਵਿੱਚ ਆ ਪਈ। ਸੰਗਤ ਜੀ, ਇਸ ਸ਼ਲੋਕ ਨੂੰ ਪੜ੍ਹ ਕੇ ਇੱਕ ਭਾਵ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਮਨੁੱਖ ਕੁਝ ਹੋਰ ਚਾਹੁੰਦਾ ਹੈ, ਪਰ ਹੋ ਕੁਝ ਹੋਰ ਹੀ ਜਾਂਦਾ ਹੈ। ਮਨੁੱਖ ਦੀ ਚਾਹਤ ਕੁਝ ਹੋਰ ਹੈ, ਪਰ ਕੁਝ ਹੋਰ ਹੀ ਹੋ ਜਾਂਦਾ ਹੈ। ਇਹ ਪਰਤੰਤਰ ਹੈ, ਇਸ ਦੇ ਵੱਸ ਦੀ ਗੱਲ ਨਹੀਂ। ਪਰ ਦੂਸਰੀ ਪੰਕਤੀ ਪੜ੍ਹਿਆਂ ਇਹ ਅਸਲ ਭਾਵ ਸਪਸ਼ਟ ਹੁੰਦਾ ਹੈ ਕਿ ਜੋ ਇਹ ਚਾਹੁੰਦਾ ਹੈ ਉਹ ਗਲਤ ਹੈ। ਜੋ ਇਸਨੇ ਚਾਹਿਆ ਹੈ ਉਹ ਨਹੀਂ ਸੀ ਚਾਹੁਣਾ ਚਾਹੀਦਾ। ਜੋ ਚਾਹੁਣਾ ਚਾਹੀਦਾ ਸੀ ਉਹ ਨਹੀਂ ਚਾਹਿਆ। ਇਸ ਦੇ ਮਨ ਵਿੱਚ ਸਿਰਫ ਪਰਮਾਤਮਾ ਦੀ ਚਾਹਤ ਹੀ ਚਾਹੀਦੀ ਸੀ, ਪਰ ਮਨ ਵਿੱਚ ਮਾਇਆ ਦੀ ਚਾਹ ਵਸ ਗਈ। ਜਿੱਥੇ ਰੱਬ ਨੇ ਵਸਣਾ ਸੀ, ਉੱਥੇ ਮਾਇਆ ਦੀ ਚਾਹਤ ਵਸ ਗਈ। ਇਸ ਤੋਂ ਪਿਛਲੇ ਸ਼ਲੋਕ ਵਿੱਚ ਇਹ ਖਿਆਲ ਆ ਚੁੱਕਾ ਹੈ ਕਿ ਜਿਵੇਂ ਦੀਵਾਰ ਵਿੱਚ ਮੂਰਤੀ ਇਕਮਿਕ ਹੈ, ਮਨ ਮਾਇਆ ਵਿੱਚ ਰਚਿਆ ਹੈ, ਫਿਰ ਮਾਇਆ ਤਾਂ ਇਮਾਨਦਾਰੀ ਨਾਲ ਇਕੱਠੀ ਨਹੀਂ ਹੁੰਦੀ। ਸੰਗਤ ਜੀ, ਗੁਰਬਾਣੀ ਦਾ ਖਿਆਲ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੁਲਤਾਨਪੁਰ ਮੋਦੀ ਖਾਨੇ ਮੋਦੀ ਸਨ, ਤਾਂ ਪਿਤਾ ਜੀ ਤਲਵੰਡੀ ਤੋਂ ਸੁਲਤਾਨਪੁਰ ਮਿਲਣ ਆਏ। ਉਹਨਾਂ ਆਉਂਦਿਆਂ ਹੀ ਪੁੱਛਿਆ ਕਿ ਸੁਣਿਆ ਹੈ ਧਨ ਬਹੁਤ ਆਉਂਦਾ ਹੈ। ਸਤਿਗੁਰਾਂ ਕਿਹਾ, ਹਾਂ ਪਿਤਾ ਜੀ, ਬਹੁਤ ਆਉਂਦਾ ਹੈ। ਪਿਤਾ ਜੀ ਨੇ ਕਿਹਾ, ਫਿਰ ਕਿੱਥੇ ਹੈ, ਕਿੰਨਾ ਕੁ ਜਮ੍ਹਾਂ ਕੀਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਪਿਤਾ ਜੀ ਆਉਂਦਾ ਜ਼ਰੂਰ ਹੈ, ਪਰ ਟਿਕਦਾ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬਹੁਤ ਸੁੰਦਰ ਲਿਖਦੇ ਹਨ, ਨਹੀਂ ਹਾਥ ਪੈ ਆਥ ਕਰੇ ਥਿਰਤਾ, ਇਤ ਆਵਤ ਹੈ ਉਤੋਂ ਚਲ ਜਾਈ। ਆਉਂਦਾ ਤੇ ਹੈ, ਪਰ ਉਹ ਚਲਾ ਜਾਂਦਾ ਹੈ, ਹੱਥ ਤੇ ਟਿਕਦਾ ਨਹੀਂ। ਸੰਗਤ ਜੀ, ਦਰਿਆਵਾਂ ਦੇ ਪਾਣੀ ਕਿੰਨੇ ਆਉਂਦੇ ਹਨ, ਪਿੱਛੇ ਆਉਂਦੇ ਹਨ, ਅੱਗੇ ਨਿਕਲ ਜਾਂਦੇ ਹਨ। ਜਿੱਥੇ ਇਹਨੇ ਲੋੜਵੰਦ ਹੋਣ ਤੇ ਹਰ ਲੋੜਵੰਦ ਵਿੱਚੋਂ ਮੈਨੂੰ ਰੱਬ ਦਿਸੇ, ਫਿਰ ਮੇਰੇ ਪਾਸ ਧਨ ਟਿਕਣਾ ਮੁਸ਼ਕਿਲ ਹੈ। ਪਿਤਾ ਜੀ ਨੂੰ ਸਮਝਾਇਆ ਸੀ, ਜੇਕਰ ਧਨਵਾਨ ਬੰਦੇ ਨਵੇਂ ਤੋਂ ਨਵੇਂ ਢੰਗ ਕੱਢਦੇ ਹਨ ਕਿ ਧਨ ਕਮਾਇਆ ਜਾਵੇ, ਧਨ ਬਚਾਇਆ ਜਾਵੇ, ਤਾਂ ਲੁੱਟਣ ਵਾਲੇ ਲੁਟੇਰੇ ਲੁੱਟਣ ਦਾ ਨਵੇਂ ਤੋਂ ਨਵਾਂ ਢੰਗ ਕੱਢ ਲੈਂਦੇ ਹਨ। ਸੰਗਤ ਜੀ, ਇਹ ਆਪ ਜਾਣਦੇ ਹੋ, ਦੂਸਰੇ ਦਾ ਧਨ ਕਿਵੇਂ ਲੁੱਟਣਾ ਹੈ, ਠੱਗੀ ਕਿਵੇਂ ਮਾਰਨੀ ਹੈ, ਠੱਗੀ ਕਿਵੇਂ ਕਰਨੀ ਹੈ। ਜੀਵਨ ਦਾ ਨਿਸ਼ਾਨਾ ਅਗਰ ਮਾਇਆ ਬਣ ਗਿਆ ਤਾਂ ਕਿਰਤ, ਚੋਰੀ, ਠੱਗੀ ਫਰੇਬ ਹੀ ਬਣ ਜਾਏਗੀ। ਸੱਚ ਦੀ ਬਜਾਏ ਝੂਠ ਦੀ ਪੰਡ ਇਕੱਠੀ ਕਰ ਲਈ। ਸਾਰੀ ਉਮਰ ਲੋਕਾਂ ਲਈ ਫਾਹੀਆਂ ਬਣਾਉਂਦਾ ਰਿਹਾ, ਪਰ ਇਹ ਧਿਆਨ ਹੀ ਨਹੀਂ ਆਇਆ ਕਿ ਸ਼ਾਇਦ ਕੋਈ ਮੇਰੇ ਲਈ ਵੀ ਫਾਹੀ ਲੈ ਕੇ
ਨਾ ਬੈਠਾ ਹੋਵੇ। ਇਸਨੇ ਇਹ ਧਿਆਨ ਹੀ ਨਹੀਂ ਕੀਤਾ ਕਿ ਕੋਈ ਮੇਰੇ ਲਈ ਵੀ ਫਾਹੀ ਬਣਾ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਜਫਰਨਾਮੇ ਵਿੱਚ ਲਿਖਿਆ ਸੀ, ਤੂੰ ਬੇਰਹਿਮ ਹੋ ਕੇ ਤਲਵਾਰ ਨਾ ਚਲਾ, ਇੱਕ ਦਿਨ ਆਕਾਸ਼ੀ ਤਲਵਾਰ ਤੇਰਾ ਵੀ ਖੂਨ ਵਹਾਏਗੀ। ਸ਼ੇਖ ਸਾਦੀ ਕਹਿੰਦੇ ਹਨ ਕਿ ਠੀਕ ਹੈ ਕਿ ਜਾਲ ਮੱਛੀ ਨੂੰ ਲਿਆਉਂਦਾ ਹੈ, ਪਰ ਕਦੀ ਵੱਡੀ ਮੱਛੀ ਜਾਲ ਵੀ ਲੈ ਜਾਂਦੀ ਹੈ। ਇਹ ਠੀਕ ਹੈ ਕਿ ਸ਼ਿਕਾਰੀ ਸ਼ਿਕਾਰ ਮਾਰਦਾ ਹੈ, ਪਰ ਕਦੀ ਸ਼ਿਕਾਰੀ ਵੀ ਸ਼ਿਕਾਰ ਹੋ ਜਾਂਦਾ ਹੈ। ਸੰਗਤ ਜੀ, ਸਾਰੀ ਉਮਰ ਮਨੁੱਖ ਲੋਕਾਂ ਨੂੰ ਫਾਹੀ ਪਾਉਂਦਾ ਰਿਹਾ, ਪਰ ਪਤਾ ਉਸ ਵੇਲੇ ਲੱਗਾ ਜਦੋਂ ਯਮ ਨੇ ਇਸ ਦੇ ਗਲ ਵਿੱਚ ਫਾਹੀ ਪਾ ਦਿੱਤੀ। ਬਗਲਾ ਮੱਛੀਆਂ ਨੂੰ ਧੋਖਾ ਦੇ ਰਿਹਾ ਸੀ, ਬਾਜ ਬਗਲੇ ਨੂੰ ਧੋਖਾ ਦੇ ਗਿਆ। ਗੁਰਬਾਣੀ ਦਾ ਖਿਆਲ। ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸੰਗਤ ਜੀ, ਜਿਹੜਾ ਇੱਕ ਮਾਸੂਮ ਦੇ ਪੈਰ ਵਿੱਚੋਂ ਕੰਡਾ ਕੱਢੇਗਾ ਉਸ ਲਈ ਬਹਿਸ਼ਤ ਵਿੱਚ ਫੁੱਲ ਵਿੱਚ ਜਾਣਗੇ। ਜਿਹੜਾ ਕਿਸੇ ਦੀਆਂ ਫਾਹੀਆਂ ਕੱਟੇਗਾ ਰੱਬ ਉਸ ਦੀਆਂ ਫਾਹੀਆਂ ਕੱਟੇਗਾ। ਜਿਹੜਾ ਕਿਸੇ ਨੂੰ ਫਾਹੀ ਵਿੱਚ ਫਸਾਏਗਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਹਨ, ਅੰਤ ਉਹ ਆਪ ਹੀ ਯਮ ਦੀ ਫਾਹੀ ਵਿੱਚ ਫਸ ਜਾਏਗਾ। ਸੋ ਬੇਨਤੀ ਕਰੀਏ, हे ਸਤਿਗੁਰੂ ਜੀ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਮਨੁੱਖ ਆਪਣੇ ਜੀਵਨ ਵਿੱਚ ਕਿਸੇ ਦੀਆਂ ਫਾਹੀਆਂ ਕੱਟੇ, ਕਿਸੇ ਨੂੰ ਫਾਹੀ 'ਚ ਨਾ ਫਸਾਏ, ਤਾਂ ਕਿ ਅੰਤ ਵੇਲੇ ਉਹ ਪਰਮਾਤਮਾ ਇਸ ਮਨੁੱਖ ਦੀਆਂ ਫਾਹੀਆਂ ਕੱਟ ਦੇਵੇ। जतन बहुत सुख के किए, दुख को कियो ना कोए। कहो नानक सुन रे मना, हर भावै सो होय। कहो नानक सुन रे मना, हर भावै सो होय। ਇਹ ਪਾਠ ਜੋ ਆਪਨੇ ਸਰਵਨ ਕੀਤਾ, ਇਹ ਪਾਠ ਸ਼ਲੋਕ ਮਹਲਾ 9 ਦੇ ਸ਼ਲੋਕ ਨੰਬਰ 39 ਦਾ ਹੈ। ਇਸ ਦੀ ਵਿਚਾਰ, ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਉ ਨਾ ਕੋਏ। ਸੁਖ ਦੀ ਪ੍ਰਾਪਤੀ ਲਈ ਬੜੇ ਉਪਰਾਲੇ ਕੀਤੇ, ਦੁੱਖ ਵਾਸਤੇ ਤਾਂ ਕੋਈ ਉਪਰਾਲਾ ਨਹੀਂ ਕੀਤਾ। ਨੌਵੇਂ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਕਹੋ ਨਾਨਕ ਸੁਨ ਰੇ ਮਨਾ, ਹਰ ਭਾਵ ਹੈ ਸੋ ਹੋਏ। ਇਹ ਮਨ ਸੁਣ, ਹੁੰਦਾ ਉਹੀ ਹੈ ਜੋ ਰੱਬ ਨੂੰ ਪਾਉਂਦਾ ਹੈ। ਸੰਗਤ ਜੀ, ਜੋ ਵਿਅਰਥ ਹੈ ਉਹ ਆਪ ਹੀ ਆ ਜਾਂਦਾ ਹੈ, ਜੋ ਸਕਾਰਤ ਹੈ ਉਸ ਨੂੰ ਲਿਆਉਣਾ ਪੈਂਦਾ ਹੈ। ਕਿਸੇ ਵੀ ਕਿਸਾਨ ਨੇ ਕਦੇ ਕਹਾ ਨਦੀਨ ਨਹੀਂ ਬੀਜਿਆ। ਕਣਕ ਬੀਜੀ ਹੈ, ਮੂੰਜੀ ਬੀਜੀ ਹੈ, ਕਪਾਹ ਬੀਜੀ ਹੈ, ਕਮਾਂਦ ਬੀਜਿਆ ਹੈ, ਪਰ ਘਾਹ ਨਹੀਂ ਬੀਜਿਆ, ਕਿਸੇ ਨੇ ਨਹੀਂ ਬੀਜਿਆ। ਇਹ ਆਪੇ ਹੀ ਪੈਦਾ ਹੋ ਜਾਂਦੇ ਹਨ। ਕਈ ਵਾਰ ਤਾਂ ਖੇਤੀ 'ਤੇ ਗਾਲਬ ਆ ਜਾਂਦੇ ਹਨ। ਕਿਸਾਨ ਸਮੇਂ ਸਿਰ ਇਸ ਨਦੀ ਨੂੰ ਨਾ ਕੱਢੇ ਤਾਂ ਖੇਤੀ ਦਾ ਨੁਕਸਾਨ ਹੋ ਜਾਂਦਾ ਹੈ। ਜਿਹੜੀ ਖੁਰਾਕ ਖੇਤ ਤੋਂ ਫਸਲ ਨੇ ਲੈਣੀ ਹੁੰਦੀ ਹੈ ਉਹ ਨਦੀ ਨੂੰ ਲੈ ਜਾਂਦਾ ਹੈ। ਉਗਦਾ ਇਹ ਆਪਣੇ ਆਪ ਹੀ ਹੈ। ਸੰਗਤ ਜੀ, ਸਾਡੇ ਨਾ ਚਾਹੁੰਦਿਆਂ ਵੀ ਘਰਾਂ ਵਿੱਚ ਧੂੜ ਇਕੱਠੀ ਹੋ ਜਾਂਦੀ ਹੈ। ਸੁੰਦਰ ਵਸਤੂਆਂ ਮੈਲੀਆਂ ਹੋ ਜਾਂਦੀਆਂ ਹਨ। ਸਫਾਈ ਆਪ ਕਰਨੀ ਪੈਂਦੀ ਹੈ, ਮੈਲ ਆਪੇ ਹੀ ਆ ਜਾਂਦੀ ਹੈ। ਇਹ ਅਸੀਂ ਸਾਰੇ ਜਾਣਦੇ ਹਾਂ। ਖੇਤੀ ਵਿੱਚ ਕੰਮ ਕਰਦਿਆਂ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਸੁੰਦਰ ਉਪਦੇਸ਼ ਦਿੱਤਾ ਸੀ। ਜਿਸ ਵੇਲੇ ਭਾਈ ਲਹਿਣਾ ਜੀ ਨਦੀਨ ਦੀ ਥਾਂ 'ਤੇ ਮੂੰਜੀ ਪੁੱਟ ਕੇ ਬਾਹਰ ਸੁੱਟੀ ਆ ਰਹੇ ਸਨ। ਸਤਿਗੁਰਾਂ ਕਿਹਾ, ਭਾਈ ਲਹਿਣਿਆ, ਜਗਤ ਇਹੀ ਭੁੱਲ ਕਰ ਰਿਹਾ ਹੈ। ਤੂੰ ਇੰਝ ਕਰ, ਜੋ ਵਿਖੇ ਵਿਕਾਰ ਕਾਮ ਆਦਿਕ ਦੁਸ਼ਟ ਹਨ, ਇਹਨਾਂ ਨੂੰ ਪੁੱਟ ਕੇ ਬਾਹਰ ਸੁੱਟ ਦੇ। ਇਹਨਾਂ ਨੂੰ ਤਿਆਗ ਕੇ ਅੰਤਰ ਆਤਮੇ ਟਿਕ ਕੇ ਸਿਮਰਨ ਕਰਨਾ ਚਾਹੀਦਾ ਹੈ।
गुरबाणी दा ख्याल। बिखै बिकार दुष्ट किरखा करे, इन तज आत्मा होए ते आई। संगत जी, सारा जगत ये यतन करता है कि सुख मिले, पर दुख नाल दामन भरिया पिया है। हर मनुख दुखी है, संसार के अंदर दुख ही दुख है। इस करके पातशाह कहते हैं, नानक दुखिया सब संसार। दुख के दो कारण हैं, एक तो अपनी भुल करके, एक परमात्मा वालों। शराब ले आया सी कि मस्ती आएगी, पर संगत जी पी के इस तो बंदा कतल हो गया। हुण उम्र पर जेल जाना पिया। ये दुख इसकी भुल करके है, परमात्मा करके नहीं। गुरबाणी का ख्याल। खोटे को खरा करे, खरे सार ना जाने, अंधे का नाव पारखू, कली काल विनाणे। एक बच्चे ने चोरी की ते चपेड़ा खादियां। एक बच्चे ने चोरी बारे ख्याल प्रगट किया, माँ ने चपेड़ मारी। जिथे तक चपेड़ा का सवाल है, बराबर हैं, पर एक फर्क है। किसी दी चपेड़ सजा है, माँ दी चपेड़ मेहर है। किसी दी चपेड़ सजा है, पर माँ दी चपेड़ संगत जी मेहर है। तेरी भुल तो दुख सजा है, पर रब वालों गुरु वालों दुख उसकी मेहर है। गुरु जदों भी दुख देवेगा, इसका मतलब दुख उसकी मेहर है। गुरबाणी का ख्याल। दुख दारू सुख रोग होया। भाई साहब, भाई गुरदास जी लिखते हैं, जैसे धोबी साबन लगाए पीटे पाथर से, निर्मल करत है बसत मलिन को। जैसे तो सुनार बारंबार गार गार टहार, करत अशुद्ध शुद्ध कंचन कुलीन को। जैसे तो पवन चरचोरत वृक्ष मिल, मलय गंध करत है चंदन प्रवीण को। तैसे गुण सिखन दिखाए कै बिरथा विवेक, माया मल काट करे निज पद चीन को। जिहड़ा दुख रब नूं चंगा लग रहा है, जे वो मेरी झोली विच पा रहा है, तां ये उसकी दात है। मनुख वास्ते ये उसकी दात है। माँ की चपेट विच पुत्र लई हज़ारां शुभकामनावां हन। रब दा दिता दुख ए बंदे अनेकां दुख कट्टण आया है। तेरी भुल तो आया दुख तैनूं साहसहीन ते निकम्मा बना देवेगा, तैनूं पापी बना देवेगा। पर ए बंदे, रब वालों आया दुख तैनूं सूरमा ते संत बना देवेगा। भुल दा दुख भोग लै अते अगों सुचेत हो। आगे समझ चलो नंद लाला, जो बीती सो बीती। एक फकीर नूं भेड़िए ने जख्मी कर दिता सी। वो कुरला रहा सी अते कह रहा सी कि परमात्मा दा शुक्र है, मैं मुसीबत विच फसिया हाँ, गुनाह विच गिरफ्तार नहीं होया। फकीर दा कितना सुंदर ख्याल है कि मुसीबत विच फसिया हाँ, मैनू कोई दुख नहीं। हे रब, हे परमात्मा, मेरे तो कोई गुनाह ना हो जाए। संगत जी, धन गुरु तेग बहादुर पातशाह जी कहते हैं, यतन कीते हन सुख दे, जतन कर अपने वालों शुभ कर्म कर। फिर भी दुख आवे, जे तेरी भुल है तां पछता ले, जे रब दी दात है तां पाना मन ले। जतन बहुत सुख के किए, दुख को कियो ना कोए। कहो नानक सुन रे मना, हर पावै सो होए। हे सतगुरु जी, असी तेरे पाने च जाइए, ताकि साड़ा लोक सुखी परलोक सुहेला हो सके। वाहिगुरू जी का खालसा, वाहिगुरू जी की फतेह।